ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੰਗੀ ਤਰ੍ਹਾਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋਵੋਗੇ। ਤਾਂ ਅੱਜ ਆਪਾਂ ਦੇਖਾਂਗੇ ਆਪਣੇ ਸੀਰੀਜ਼ ਦਾ ਪਾਰਟ 8ਵਾਂ। ਤਾਂ ਆਪਾਂ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਕੁਐਸਚਨ ਹੈ ਕਿ ਜਿਹੜਾ ਲੋਕ ਸਭਾ ਦਾ ਸੈਸ਼ਨ ਹੁੰਦਾ ਹੈਗਾ ਉਹ ਸਾਲ ਦੇ ਵਿੱਚ ਇੱਕ ਵਾਰੀ ਜਾਂ ਦੋ ਵਾਰੀ ਮਤਲਬ ਕਿ ਕਿੰਨੀ ਵਾਰੀ ਮਿਲਣਾ ਚਾਹੀਦਾ ਹੈਗਾ ਘੱਟ ਤੋਂ ਘੱਟ। ਤਾਂ ਹੀ ਵਰਡ ਯੂਜ਼ ਹੁੰਦਾ ਹੈ ਐਟਲੀਸਟ, ਘੱਟ ਤੋਂ ਘੱਟ ਕਿੰਨੀ ਵਾਰੀ ਹੋਣਾ ਚਾਹੀਦਾ ਹੈਗਾ ਇੱਕ ਸਾਲ ਦੇ ਵਿੱਚ। ਤਾਂ ਇੱਕ ਸਾਲ ਦੇ ਵਿੱਚ ਮੈਕਸਿਮਮ ਉਹ 2 ਵਾਰ ਤਾਂ ਘੱਟੋ ਘੱਟ ਹੋਣਾ ਹੀ ਚਾਹੀਦਾ ਹੈਗਾ, ਬਟ ਅਦਰਵਾਈਜ਼ ਜਿਹੜਾ ਨੋਰਮਲੀ 3 ਵਾਰ ਸੈਸ਼ਨ ਜਿਹੜਾ ਹੈ ਬੁਲਾਇਆ ਜਾਂਦਾ ਹੈਗਾ। ਅਤੇ ਜਦੋਂ ਵੀ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਂਦਾ ਹੈਗਾ, ਭਾਵੇਂ ਉਹ ਰਾਜ ਸਭਾ ਦਾ ਹੋਵੇ ਜਾਂ ਲੋਕ ਸਭਾ ਦਾ ਹੋਵੇ, ਉਹਨੂੰ ਪ੍ਰੈਜ਼ੀਡੈਂਟ ਜੋ ਹੈ ਸੰਮਨ ਕਰਦਾ ਹੈ। ਕਈ ਵਾਰ ਐਗਜ਼ਾਮ 'ਚ ਕੁਐਸਚਨ ਆ ਵੀ ਪੁੱਛਿਆ ਗਿਆ ਕਿ ਕੌਣ ਸੰਮਨ ਕਰਦਾ ਹੈਗਾ ਪਾਰਲੀਮੈਂਟ ਦੇ ਹਾਊਸ ਨੂੰ, ਤਾਂ ਉਹ ਕਰਦਾ ਪ੍ਰੈਜ਼ੀਡੈਂਟ। ਅਤੇ ਵੀ ਅੱਗੇ ਡਿਸਕਸ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਵੀ ਜੇਕਰ ਤੁਹਾਨੂੰ ਮੇਰੇ ਇਸ ਸੀਰੀਜ਼ ਨਾਲ ਕਾਫੀ ਸੱਚੀ ਦੇ ਵਿੱਚ ਫਾਇਦਾ ਹੋ ਰਿਹਾ ਹੈਗਾ, ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਨੌਲੇਜ ਵੱਧ ਰਹੀ ਹੈ, ਤਾਂ ਪਲੀਜ਼ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਆ ਕਰੋ। ਥੋੜ੍ਹੀ ਮੋਟੀਵੇਸ਼ਨ ਮਿਲਦੀ ਹੈ ਕਿ ਹਾਂ ਜਿਹੜੇ ਸਟੂਡੈਂਟਸ ਪੜ੍ਹ ਰਹੇ ਨੇ ਮੇਰੇ ਨਾਲ ਤਾਂ ਉਹਨਾਂ ਨੂੰ ਹੈਲਪ ਹੋ ਰਹੀ ਹੈ ਮੇਰੀ ਵੀਡੀਓ ਦੇ ਨਾਲ। ਅਤੇ ਜਿਹੜੀ ਦੂਜੀ ਮੇਨ ਗੱਲ ਇਹਦੇ ਵਿੱਚ ਆ ਹੈ ਕਿ 2 ਸੈਸ਼ਨ ਦੇ ਵਿੱਚ, ਕਿਉਂਕਿ 3 ਸੈਸ਼ਨ ਹੁੰਦੇ ਨੇ ਪਾਰਲੀਮੈਂਟ ਦੇ, ਉਹ ਵੀ ਮੈਂ ਡਿਸਕਸ ਕਰਦਾ ਕਿਹੜੇ ਕਿਹੜੇ ਹੁੰਦੇ ਨੇ ਆ ਰਹੇ ਉਹ ਬਜਟ, ਮੌਨਸੂਨ ਅਤੇ ਵਿੰਟਰ। ਅਤੇ ਜਿਹੜੇ ਵੀ 2 ਸੈਸ਼ਨ ਨੇ ਇਹਨਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਗੈਪ 6 ਮੰਥ ਦਾ ਹੋ ਸਕਦਾ, ਇਹ ਤੋਂ ਵੱਧ ਗੈਪ ਨਹੀਂ ਹੋ ਸਕਦਾ। ਇਹਦੇ ਵਿੱਚ ਕਲੀਅਰਲੀ ਮੈਂਸ਼ਨ ਹੈ ਗੈਪ ਬਿਟਵੀਨ ਵਨ ਸੈਸ਼ਨ ਟੂ ਅਨਦਰ ਸ਼ੁੱਡ ਨਾਟ ਬੀ ਮੋਰ ਦੈਨ 6 ਮੰਥ, ਯਾਨੀ ਕਿ 6 ਮੰਥ ਤੋਂ ਜ਼ਿਆਦਾ ਦਾ ਗੈਪ ਨਹੀਂ ਹੋਣਾ ਚਾਹੀਦਾ। ਜਿਹੜਾ ਬਜਟ ਸੈਸ਼ਨ ਹੈ ਉਹ ਤੁਸੀਂ ਦੇਖ ਰਹੇ ਹੋ ਜਨਵਰੀ ਤੋਂ ਅਪ੍ਰੈਲ ਦੇ ਵਿੱਚ ਆ ਜਾਂਦਾ ਹੈਗਾ, ਬਾਕੀ ਆਉਂਦਾ ਜੁਲਾਈ ਟੂ ਸੈਪਟੈਂਬਰ ਸੈਕਿੰਡ ਵਾਲਾ, ਅਤੇ ਵਿੰਟਰ ਆਉਂਦਾ ਹੈਗਾ ਦਸੰਬਰ ਚੱਲਦਾ, ਕਈ ਵਾਰ ਨਵੰਬਰ ਟੂ ਜਨਵਰੀ ਦੇ ਵਿੱਚ ਇਹਨੂੰ ਮਤਲਬ ਜੋ ਹੈ ਖਤਮ ਕਰ ਦਿੱਤਾ ਜਾਂਦਾ ਹੈਗਾ। ਐਤਕੀ ਕੋਵਿਡ ਕਰਕੇ ਤਾਂ ਨਹੀਂ ਹੋ ਪਾਇਆ ਸੀਗਾ, ਲੇਕਿਨ ਉਹ 2 ਸੈਸ਼ਨ ਤਾਂ ਹੋਏ ਹੀ ਸੀਗੇ। ਹੁਣ ਇਹਦੇ ਵਿੱਚ ਦੇਖਣ ਵਾਲੀ ਇੱਕ ਹੋਰ ਗੱਲ ਹੈ, ਜਦੋਂ ਵੀ ਆ ਪਾਰਲੀਮੈਂਟ ਜਿਹੜਾ ਸੈਸ਼ਨ ਦੇ ਵਿੱਚ ਨਹੀਂ ਹੁੰਦਾ ਹੈਗਾ, ਮੰਨ ਲਓ ਜਿਵੇਂ ਇੱਥੇ ਜੁਲਾਈ ਤੋਂ ਸੈਪਟੈਂਬਰ ਹੁੰਦਾ ਹੈਗਾ, ਮੰਨ ਲਓ ਜੂਨ ਮੰਥ ਜਾਂ ਫਿਰ ਮਈ ਮੰਥ ਇੱਦਾਂ ਦਾ ਹੋ ਗਿਆ ਵੀ ਕਿਸੇ ਨਵੇਂ ਲੋਅ ਦੀ ਬਣਾਉਣ ਦੀ ਜ਼ਰੂਰਤ ਪੈ ਗਈ। ਹੁਣ ਲੋਅ ਤਾਂ ਪਾਰਲੀਮੈਂਟ ਬਣਾਉਂਦੀ ਆ, ਇਨ ਕੇਸ ਪਾਰਲੀਮੈਂਟ ਨਹੀਂ ਹੈਗੀ ਤਾਂ ਉਸ ਟਾਈਮ ਕੀ ਹੁੰਦਾ ਹੈਗਾ, ਪ੍ਰੈਜ਼ੀਡੈਂਟ ਜੋ ਹੈ ਆਪਣਾ 123 ਆਰਟੀਕਲ ਦੇ ਵਿੱਚ ਲਿਖੀ ਹੋਈ ਆਪਣੀ ਜਿਹੜੀ ਓਰਡੀਨੈਂਸ ਦੀ ਪਾਵਰ ਹੈ ਉਹ ਯੂਜ਼ ਕਰਕੇ ਨਵਾਂ ਕਾਨੂੰਨ ਬਣਾ ਸਕਦਾ ਹੈਗਾ। ਜੇਕਰ ਮੈਂ ਇਹਦੀ ਲੇਟੈਸਟ ਐਗਜ਼ਾਮਪਲ ਲਵਾਂ, ਜਿਵੇਂ ਤੁਹਾਨੂੰ ਹੁਣ ਪਤਾ ਹੈ ਕਿ ਕ੍ਰਿਸ਼ੀ ਕਾਨੂੰਨ ਆਏ ਹੋਏ ਨੇ, ਜਿਨ੍ਹਾਂ ਦੇ ਵਿਰੋਧ ਦੇ ਵਿੱਚ ਸਾਡਾ ਜਿਹੜਾ ਕਿਸਾਨ ਭਾਈ ਹੈ ਉਹ ਹਲੇ ਵੀ ਦਿੱਲੀ ਵਿਰੋਧ ਕਰ ਰਿਹਾ, ਪ੍ਰੋਟੈਸਟ ਕਰ ਰਿਹਾ ਹੈਗਾ ਇਹਦਾ। ਇਹ ਕਾਨੂੰਨ ਬਣਨ ਤੋਂ ਪਹਿਲਾਂ ਓਰਡੀਨੈਂਸ ਆਏ ਸੀਗੇ, ਤੁਸੀਂ ਆਪ ਵੀ ਸੁਣਿਆ ਹੋਣਾ। ਜਿਹੜੇ ਓਰਡੀਨੈਂਸ ਹੈ ਉਹ ਪ੍ਰੈਜ਼ੀਡੈਂਟ ਹੀ ਲੈ ਕੇ ਆਉਂਦਾ ਹੈਗਾ। ਉਹ ਇਸ ਲਈ ਲੈ ਕੇ ਆਇਆ ਸੀ ਕਿਉਂਕਿ ਕੋਵਿਡ ਕਰਕੇ ਉਸ ਟਾਈਮ 'ਤੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਨਹੀਂ ਸੀਗੀ, ਤਾਂ ਇਸ ਕਰਕੇ ਉਹਨਾਂ ਨੇ ਓਰਡੀਨੈਂਸ ਦਾ ਯੂਜ਼ ਕਰਕੇ ਆਹ ਕਾਨੂੰਨ ਬਣਾਇਆ। ਇੱਕ ਛੋਟਾ ਜਿਹਾ ਐਗਜ਼ਾਮਪਲ ਸੀਗਾ, ਕਿਉਂਕਿ ਮੈਂ ਚਾਹੁੰਦਾ ਕਿ ਐਗਜ਼ਾਮਪਲ ਹਮੇਸ਼ਾ ਇੱਦਾਂ ਦੇ ਹੀ ਦੇ ਜਾਣ ਜਿਹੜੇ ਆਪਣੇ ਆਲੇ ਦੁਆਲੇ ਜਿਹੜੇ ਰੀਅਲ ਲਾਈਫ ਦੇ ਵਿੱਚ ਆਪਾਂ ਦੇਖਦੇ ਹਾਂ। ਤਾਂ ਇਹਦਾ ਆਨਸਰ ਕੀ ਹੋਊਗਾ ਜੀ, 2 times in a year। ਨੈਕਸਟ ਕੁਐਸਚਨ ਹੈ ਅਕਮੂਲੇਸ਼ਨ ਆਫ ਵਿਚ ਆਫ ਦਾ ਫੋਲੋਇੰਗ ਇਨ ਦਾ ਮਸਲ ਲੀਡਸ ਟੂ ਫਟੀਗ। ਜਿਹੜੀ ਆਪਾਂ ਨੂੰ ਥਕਾਵਟ ਹੁੰਦੀ ਹੈ ਤਾਂ ਇਹਨਾਂ ਵਿੱਚੋਂ ਕਿਹੜੀ ਚੀਜ਼ ਬਣਦੀ ਹੈ ਆਪਣੇ ਮਸਲ ਦੇ ਵਿੱਚ ਜਿਹਦੇ ਕਰਕੇ ਹੁੰਦਾ ਹੈਗਾ ਸਭ। ਅਤੇ ਗੱਲ ਹੋਰ ਵੀ ਮੈਂ ਚਾਹੁੰਦਾ ਕਿ ਜੇਕਰ ਮੈਂ ਤੁਹਾਨੂੰ ਕੁਐਸਚਨ 'ਤੇ ਆਨਸਰ ਦੱਸਾਂ, ਤੁਸੀਂ ਆ ਵੀ ਦੱਸ ਸਕਦੇ ਹੋ ਮੈਨੂੰ ਕਿ ਮੈਂ ਇੱਦਾਂ ਸੀਰੀਜ਼ ਚਲਾਵਾਂ ਕਿ ਕੁਐਸਚਨ 'ਤੇ ਆਨਸਰ ਮੈਂ ਡਿਸਕਸ ਨਾ ਕਰਾਂ, ਕਿਉਂਕਿ ਜਿਹੜੀ ਮੇਰੀ ਥਿਊਰੀ ਮੈਂ ਚਾਹੁੰਦਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਡਿਸਕਸ ਕਰਾਂ ਚੀਜ਼ਾਂ ਨੂੰ, ਕਿਉਂਕਿ ਸਿਰਫ ਆਨਸਰ ਦੇਣ ਨਾਲ ਗੱਲ ਨਹੀਂ ਬਣਦੀ ਹੈਗੀ, ਉਹਦਾ ਮਤਲਬ ਵੀ ਪਤਾ ਹੋਣਾ ਚਾਹੀਦਾ ਵੀ ਇੱਦਾਂ ਹੁੰਦਾ ਹੈਗਾ ਤਾਂ ਕਿਉਂ ਹੁੰਦਾ। ਤਾਂ ਹੀ ਇਸ ਕਰਕੇ ਮੈਂ ਥੋੜ੍ਹਾ ਕੁਐਸਚਨ ਜ਼ਿਆਦਾ ਡੀਪਲੀ ਐਕਸਪਲੇਨ ਕਰਨਾ। ਜਿਵੇਂ ਆ ਮੈਂ ਇੱਕ ਇਮੇਜ ਪਿਕ ਕੀਤੀ, ਇਹਦੇ ਵਿੱਚ ਆਦਮੀ ਕਾਫੀ ਜ਼ਿਆਦਾ ਥੱਕਿਆ ਮਹਿਸੂਸ ਕਰ ਰਿਹਾ ਹੈਗਾ। ਹੁਣ ਹੁੰਦਾ ਕੀ ਹੈ, ਆਪਣੀ ਬੋਡੀ ਦੇ ਵਿੱਚ ਜਦੋਂ ਗਲੂਕੋਜ਼ ਜਿਹੜਾ ਬਰਨ ਹੁੰਦਾ ਹੈਗਾ ਉਸ ਨੂੰ ਜੋ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ। ਹੁਣ ਮੰਨ ਲਓ ਕੋਈ ਬੰਦਾ ਐਕਸਰਸਾਈਜ਼ ਕਰ ਰਿਹਾ, ਭੱਜ ਰਿਹਾ ਹੈਗਾ ਜਾਂ ਕਿੱਦਾਂ ਦੀ ਕੋਈ ਹੈਵੀ ਐਕਸਰਸਾਈਜ਼ ਲਾ ਰਿਹਾ ਹੈਗਾ, ਤਾਂ ਹੁਣ ਹੋਣਾ ਕੀ ਹੈ, ਆਕਸੀਜਨ ਦੀ ਜਿਹੜੀ ਅਵੇਲੇਬਿਲਿਟੀ ਆ ਉੱਧਰ ਹੋਵੇਗੀ, ਇੱਧਰ ਘੱਟ ਹੋਵੇਗੀ। ਯਾਨੀ ਕਿ ਜਦੋਂ ਗਲੂਕੋਜ਼ ਬਰਨ ਹੋਊਗਾ ਉਸ ਟਾਈਮ 'ਤੇ ਜਿਹੜੀ ਆਕਸੀਜਨ ਚਾਹੀਦੀ ਹੈ ਉਹ ਘੱਟ ਮਿਲਦੀ ਹੈ, ਕਿਉਂਕਿ ਤੁਸੀਂ ਆਪਣਾ ਜ਼ਿਆਦਾ ਸਮੇਂ ਜਿਹੜਾ ਹੈ ਜ਼ਿਆਦਾ ਆਕਸੀਜਨ ਜੋ ਹੈ ਉਹਦੇ ਵਿੱਚ ਲਾਈ, ਐਕਸਰਸਾਈਜ਼ ਦੇ ਵਿੱਚ ਲਾਈ ਹੈਗੀ ਹੈ। ਹੁਣ ਜਿਹੜੀ ਗਲੂਕੋਜ਼ ਦੀ ਬ੍ਰੇਕਡਾਊਨ ਹੋਣਾ ਉਹ ਐਨਐਰੋਬਿਕ ਹੋਣਾ। ਐਨਐਰੋਬਿਕ ਮਤਲਬ ਕਿ ਜਿੰਨੀ ਆਕਸੀਜਨ ਦੀ ਮਾਤਰਾ ਚਾਹੀਦੀ ਆ ਉਨੀ ਨਹੀਂ ਨਾ ਹੋ ਕੇ ਘੱਟ ਹੋਣਾ। ਉਹਦੇ ਨਾਲ ਕੀ ਹੁੰਦਾ ਹੈਗਾ ਕਿ ਲੈਕਟਿਕ ਐਸਿਡ ਦੀ ਫੋਰਮੇਸ਼ਨ ਹੁੰਦੀ ਹੈਗੀ, ਅਤੇ ਇਸੇ ਲੈਕਟਿਕ ਐਸਿਡ ਕਰਕੇ ਆਪਾਂ ਨੂੰ ਜਿਹੜਾ ਹੈ ਫਟੀਗ ਮਹਿਸੂਸ ਹੁੰਦੀ ਹੈ। ਮਤਲਬ ਸਾਇੰਟੀਫਿਕ ਰੀਜ਼ਨ ਇਹਦੇ ਵਿੱਚ ਆਹ ਹੈਗਾ। ਅਤੇ ਨੈਕਸਟ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਵੀ ਜੇਕਰ ਤੁਸੀਂ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰਿਓ, ਅਤੇ ਤਿੰਨੋਂ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਤੇ ਦੇ ਦਾਂਗਾ, ਜਾ ਕੇ ਫੋਲੋ ਕਰਿਓ। PDF ਵੀ ਮਿਲੇਗੀ, ਕੋਈ ਕੁਐਰੀ ਹੈ ਤਾਂ ਪੁੱਛ ਸਕਦੇ ਹੋ ਤੁਸੀਂ। ਨੈਕਸਟ ਹੈਗਾ ਇਹ ਕੈਂਡੀਡੇਟ ਆਫ ਲੋਕ ਸਭਾ ਪੋਲ ਲੋਸਿਸ ਇਜ਼ ਸਿਕਿਉਰਿਟੀ ਅਮਾਊਂਟ ਇਫ ਹੀ ਔਰ ਸ਼ੀ ਡਜ਼ ਨਾਟ ਗੈਟ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਲੋਕ ਸਭਾ ਦਾ ਕੋਈ ਉਮੀਦਵਾਰ ਹੈਗਾ, ਕਿ ਕਈ ਵਾਰ ਤੁਸੀਂ ਸੁਣਿਆ ਨਾ ਵੀ TV ਦੇ ਵਿੱਚ ਕਿ ਜ਼ਮਾਨਤ ਵੀ ਜ਼ਬਤ ਹੋ ਗਈ। ਉਹਦਾ ਮਤਲਬ ਬੇਸਿਕਲੀ ਹੁੰਦਾ ਕੀ ਹੈ, ਉਹਦਾ ਮਤਲਬ ਹੈ ਕੋਈ ਵੀ ਕੈਂਡੀਡੇਟ ਹੈ ਜਿਹੜਾ ਇਲੈਕਸ਼ਨ ਲੜ ਰਿਹਾ ਹੈਗਾ, ਜੇਕਰ ਉਹ ਵੈਲਿਡ ਵੋਟਾਂ ਦੇ ਜਿੰਨੀ ਪਈ ਵੋਟਾਂ, ਮੰਨ ਲਓ ਜੇਕਰ ਮੈਂ ਗੱਲ ਕਰਦਾ ਇੱਕ ਛੋਟਾ ਏਰੀਆ ਉੱਥੇ 6000 ਵੋਟਾਂ ਪਈਆਂ ਨੇ, ਜੇਕਰ ਉਹ ਇਹਦਾ 1/6 ਯਾਨੀ ਕਿ ਇਹਦਾ 6ਵਾਂ ਹਿੱਸਾ ਮੰਨ ਲਓ 1000 ਵੋਟਾਂ ਹੋ ਗਈਆਂ,
ਜੇਕਰ ਉਸ ਬੰਦੇ ਨੂੰ 1000 ਵੋਟਾਂ ਨਹੀਂ ਪਈਆਂ ਨਾ, ਦੈਟ ਮੀਨਸ ਕੀ ਹੋਊਗਾ, ਉਹਦੀ ਜ਼ਮਾਨਤ ਜ਼ਬਤ ਕਰ ਲਈ ਜਾਊਗੀ, ਸਿਕਿਉਰਿਟੀ ਜੋ ਹੈ ਉਹ ਲੋਸ ਹਾਰ ਜਾਏਗਾ। ਇਲੈਕਸ਼ਨ ਤਾਂ ਹਾਰਿਆ ਸੱਚ ਸਿਕਿਉਰਿਟੀ ਵੀ ਹਾਰੇ ਨਾਲ ਦੇ ਨਾਲ। ਬਿਕੋਜ਼ ਜੇਕਰ ਮੈਂ ਲੋਕ ਸਭਾ ਦੀ ਗੱਲ ਕਰਾਂ ਤਾਂ ਹੁਣ ਜਿਹੜੀ ਨੋਮੀਨੇਸ਼ਨ ਫਾਈਲ ਕਰਦੇ ਟਾਈਮ ਸਿਕਿਉਰਿਟੀ ਫੀਸ ਹੈ, ਜਾਂ ਫਿਰ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੀ ਜ਼ਮਾਨਤ ਹੈ, ਉਹ 25,000 ਰੁਪਏ ਹੈ। ਅਤੇ ਜਿਹੜੀ ਰੈਜ਼ਰਵੇਸ਼ਨ ਕੈਟਾਗਰੀ ਹੈ ਉਹਨਾਂ ਲਈ ਹੈਗੀ ਆ 12,500। ਤਾਂ 1/6 ਚਾਹੀਦਾ ਹੈਗਾ। ਤਾਂ ਕੀ ਆਪਾਂ ਇਸ ਕੁਐਸਚਨ ਦਾ ਆਨਸਰ ਦੇ ਸਕਦੇ ਹਾਂ? ਜੀ ਹਾਂ, ਬਿਲਕੁਲ ਦੇ ਸਕਦੇ ਹਾਂ। ਨਨ ਆਫ ਦਿਸ, ਬਿਕੋਜ਼ 1/6 ਦਾ ਆਪਸ਼ਨ ਇੱਥੇ ਹੈਗਾ ਹੀ ਨਹੀਂ। ਨੈਕਸਟ ਹੈ, ਫੋਟੋਗ੍ਰਾਫੀ ਵਿੱਚ ਕਿਹੜੇ ਐਸਿਡ ਦੀ ਵਰਤੋਂ ਕੀਤੀ ਜਾਂਦੀ ਹੈ? ਤਾਂ ਫੋਟੋਗ੍ਰਾਫੀ ਦੇ ਵਿੱਚ ਜਿਹੜੀ ਕੀਤੀ ਜਾਂਦੀ ਹੈ ਉਹ ਹੈ ਆਕਜ਼ੈਲਿਕ ਐਸਿਡ। ਅਤੇ ਨੈਕਸਟ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਵੀ ਮੈਂ ਨਾ ਇੱਕ 2020 ਦੀ ਜਿੰਨੀ ਵੀ ਲੇਟੈਸਟ ਬੁੱਕ ਅਤੇ ਔਥਰ ਨੇ ਉਹਨਾਂ ਉੱਪਰ ਇੱਕ ਅੱਡ ਵੀਡੀਓ ਬਣਾਈ ਹੋਈ ਹੈ ਪਹਿਲਾਂ ਹੀ। ਅਤੇ 2020 ਦੇ ਜਿਹੜੇ ਬੁੱਕਸ ਅਤੇ ਔਥਰ ਨੇ ਵੀ ਹਰ ਐਗਜ਼ਾਮ 'ਚ ਡੈਫੀਨੇਟਲੀ, ਨਾਇਬ ਤਹਿਸੀਲਦਾਰ ਹੋਵੇ ਜਾਂ PPSC ਹੋਵੇ, ਪੰਜਾਬ ਦਾ ਕਿਹੜਾ ਵੀ ਐਗਜ਼ਾਮ ਹੋਵੇ, ਬੁੱਕਸ ਐਂਡ ਔਥਰ ਬਾਰੇ ਤਾਂ ਪੁੱਛਦੇ ਨੇ, ਕਿਉਂਕਿ ਇੱਕ ਕਰੰਟ ਅਫੇਅਰ ਦਾ ਵੀ ਬਹੁਤ ਵੱਡਾ ਟੌਪਿਕ ਬਣਦਾ ਹੈਗਾ, ਕੁਐਸਚਨ ਬਣਦਾ ਹੈਗਾ। ਅਤੇ ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖੀ ਹੈ ਹਲੇ, ਤਾਂ ਮੈਂ ਇੱਥੇ ਇੱਕ ਆਈ ਬਟਨ ਬਣਾ ਦੇਵਾਂਗਾ, ਉਸ 'ਤੇ ਕਲਿੱਕ ਕਰਕੇ ਤੁਸੀਂ ਜਾ ਸਕਦੇ ਹੋ, ਅਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਦੇ ਦਾਂਗਾ। ਕਿਉਂਕਿ GK ਵੀ ਇੱਕ ਇਹੋ ਜਿਹਾ ਟੌਪਿਕ ਹੈ, ਇਹੋ ਜਿਹਾ ਸਬਜੈਕਟ ਹੈ ਜਿਹਦੀ ਕੋਈ ਲਿਮਿਟ ਨਹੀਂ ਹੈਗੀ, ਇਨਫਿਨਿਟੀ ਤੱਕ ਕੁਐਸਚਨ ਪੁੱਛੇ ਜਾ ਸਕਦੇ ਨੇ। ਤਾਂ ਆਪਾਂ ਵੀ ਟਰਾਈ ਕਰਨਾ ਹੈ ਕਿ ਐਗਜ਼ਾਮ ਤੋਂ ਪਹਿਲਾਂ ਮੈਕਸੀਮਮ ਟਾਈਮ ਜਿਹੜਾ ਹੈ GK ਦੇ ਉੱਪਰ ਲਾਇਆ ਜਾਵੇ, ਕਿਉਂਕਿ 80 ਕੁਐਸਚਨ ਆਉਣੇ ਆ। ਅਤੇ ਜਿਹੜੇ ਦੂਜੇ ਐਗਜ਼ਾਮ ਨੇ, ਕਿਸੇ 'ਚ ਤਾਂ ਪੂਰਾ GS ਦਾ ਪੇਪਰ ਹੀ ਹੈ, ਪੰਜਾਬ ਦੇ ਹੋਰ ਵੀ ਜਿੰਨੇ ਐਗਜ਼ਾਮ ਨੇ, ਕਿਸੇ 'ਚ 20 ਕੁਐਸਚਨ ਆਉਂਦੇ ਨੇ, ਕਿਸੇ 'ਚ 25 ਆਉਂਦੇ ਨੇ। ਤਾਂ ਆਪਣੇ ਲਈ GK ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਉਹ ਤੋਂ ਬਾਅਦ ਹੈ, ਮੋਸਟ ਆਫ ਦਾ ਐਕਸਪਲੋਜਨ ਇਨ ਮਾਈਨਸ ਅਕਰ ਡਿਊ ਟੂ ਮਿਕਸਿੰਗ ਆਫ ਵਿਚ ਆਫ ਦਾ ਫੋਲੋਇੰਗ। ਯਾਨੀ ਕਿ ਜਿਹੜੇ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ ਨਾ, ਜਿਹੜੀ ਖਾਣਾ ਹੁੰਦੀਆਂ ਨੇ ਨਾ, ਚਾਹੇ ਕੋਲੇ ਦੀ ਹੋਵੇ ਜਾਂ ਹੋਰ ਹੋਵੇ, ਉਹਨਾਂ ਵਿੱਚੋਂ ਕਈ ਵਾਰ ਧਮਾਕਾ ਵੀ ਹੋ ਜਾਂਦਾ ਹੈਗਾ। ਜਾਂ ਫਿਰ ਮੈਂ ਕਹਾਂ ਕਿ ਕੂੜੇ ਦਾ ਬਹੁਤ ਵੱਡਾ ਢੇਰ ਹੁੰਦਾ, ਕਈ ਵਾਰ ਉਹ 'ਚ ਧਮਾਕਾ ਹੋ ਜਾਂਦਾ। ਆਪਾਂ 1-2 ਸਾਲ ਪਹਿਲਾਂ ਦਿੱਲੀ ਦੇ ਵੀ ਸੁਣਿਆ ਸੀਗਾ ਕਿ ਦਿੱਲੀ ਦੇ ਇੱਕ ਇਲਾਕੇ ਦੇ ਵਿੱਚ ਨਾ ਇੱਕਦਮ ਧਮਾਕਾ ਹੋ ਗਿਆ, ਕੂੜੇ ਦੇ ਬਹੁਤ ਵੱਡਾ ਇੱਕ ਜਿਹੜਾ ਬੰਕਰ ਬਣਾਇਆ ਸੀਗਾ ਉਹਨਾਂ ਨੇ। ਉਹ ਹੋਇਆ ਕਿਉਂ ਸੀਗਾ? ਜੇਕਰ ਇੱਕ ਵਾਰੀ 'ਚ ਇੱਕ ਅੱਛੀ ਅਮਾਊਂਟ ਦੇ ਵਿੱਚ ਜਿਹੜੀ ਮਿਥੇਨ ਹੈ ਉਹ ਹਵਾ ਦੇ ਵਿੱਚ ਰਿਲੀਜ਼ ਹੁੰਦੀ ਹੈ ਨਾ, ਤਾਂ ਉਹ ਧਮਾਕਾ ਕਰਦੀ ਹੈ। ਇਸੇ ਕਰਕੇ ਜੋ ਹੈ ਐਕਸਪਲੋਡ ਹੁੰਦਾ ਹੈਗਾ। ਦੇਖੋ, ਵੈਨ ਗੈਸ ਕੰਬਾਈਨ ਵਿਦ ਏਅਰ ਐਂਡ ਵੈਨ ਮਿਥੇਨ ਕੰਬਾਈਨ ਵਿਦ ਏਅਰ ਇਟ ਐਕਸਪਲੋਡ। ਐਗਜ਼ਾਮਪਲ ਜਿਹੜਾ ਦਿੱਲੀ ਵਾਲਾ ਮੈਂ ਹੁਣੀ ਦਿੱਤਾ ਤੁਹਾਨੂੰ, ਕਿਉਂਕਿ ਉੱਥੇ ਕੂੜੇ ਦੇ ਢੇਰ ਦੇ ਵਿੱਚ ਨਾ ਧਮਾਕਾ ਹੋ ਗਿਆ ਸੀਗਾ। ਨੈਕਸਟ ਹੈ, ਵਾਟ ਇਜ਼ ਦਾ ਕੋਰਮ ਆਫ ਲੋਕ ਸਭਾ ਇਨ ਰਿਲੇਸ਼ਨ ਟੂ ਇਟਸ ਸਟਰੈਂਥ। ਯਾਨੀ ਕਿ ਲੋਕ ਸਭਾ ਦਾ ਜਿਹੜਾ ਕੋਰਮ ਦਾ ਮਤਲਬ ਹੁੰਦਾ ਕੀ ਹੈ ਬੇਸਿਕਲੀ, ਕਿ ਘੱਟ ਤੋਂ ਘੱਟ ਕਿੰਨੇ ਮੈਂਬਰ ਚਾਹੀਦੇ ਨੇਗੇ ਕਿ ਇੱਕ ਹਾਊਸ ਦੀ ਜਿਹੜੀ ਪ੍ਰੋਸੀਡਿੰਗ ਹੈ ਉਹ ਚੱਲੇ। ਮਤਲਬ ਮੈਂ ਕਹਿ ਰਿਹਾ, ਜੇਕਰ ਕਲਾਸ ਦੇ ਵਿੱਚ 100 ਬੱਚੇ ਆਏ ਹੋਏ ਨੇ ਤਾਂ ਟੀਚਰ ਕਹੂਗਾ ਵੀ ਘੱਟ ਤੋਂ ਘੱਟ ਇੰਨੇ ਬੱਚੇ ਤਾਂ ਆਉਣਗੇ ਤਾਂ ਕਿ ਮੈਂ ਪੜ੍ਹਾਉਣਾ ਸ਼ੁਰੂ ਕਰ ਸਕਾਂ। ਤਾਂ ਉਸੇ ਤਰ੍ਹਾਂ ਵੀ ਲੋਕ ਸਭਾ ਦਾ ਕੋਰਮ ਹੁੰਦਾ ਕੀ ਹੈ? ਤਾਂ ਹੁੰਦਾ ਹੈਗਾ 1/10 ਦਾ। ਇਟ ਮੀਨਸ ਜੇਕਰ ਮੈਂ ਗੱਲ ਕਰਾਂ, ਮੈਕਸੀਮਮ ਜਿਹੜੀ ਸੀਟਾਂ ਨੇ 545 ਨੇ, ਹਲੇ ਮੈਕਸੀਮਮ ਜਿਹੜੀ 552 ਹੋ ਸਕਦੀਆਂ ਨੇ, ਬਟ ਐਟ ਪ੍ਰੈਜ਼ੈਂਟ 545 ਹੈ। ਦੈਟ ਮੀਨਸ ਜੇ ਮੈਂ ਤਾਂ 1/10 ਕਰਦਾ ਤਾਂ 55 ਜਿਹੜੇ ਬੰਦੇ ਨੇ, ਜਿਹੜੇ ਮੈਂਬਰ ਨੇ, MP ਨੇ, ਉਹ ਪ੍ਰੈਜ਼ੈਂਟ ਹੋਣੇ ਹੀ ਚਾਹੀਦੇ ਨੇ ਹਾਊਸ ਦੇ ਵਿੱਚ, ਤਾਂ ਕਿ ਇਹਦੀ ਪ੍ਰੋਸੀਡਿੰਗ ਸ਼ੁਰੂ ਕੀਤੀ ਜਾਵੇ। ਅਤੇ ਆ ਜਿਹੜਾ ਕੋਰਮ ਹੈਗਾ ਉਹ ਸੇਮ ਹੁੰਦਾ ਹੈਗਾ ਲੋਕ ਸਭਾ ਲਈ ਵੀ ਅਤੇ ਰਾਜ ਸਭਾ ਲਈ ਵੀ। ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ, ਨੋਬਲ ਆਇਲ ਇਜ਼ ਦਾ ਨੇਮ ਆਫ ਵਿਚ ਆਫ ਦਾ ਫੋਲੋਇੰਗ ਐਕਸਪਲੋਸਿਵ। ਅਤੇ ਜਿਹੜਾ ਵਿਸਫੋਟਕ ਹੈ ਬਈ, ਉਹਦੇ ਵਿੱਚ ਨਾ ਇੱਕ ਨੋਬਲ ਤੇਲ ਵਰਡ ਹੈ, ਤਾਂ ਉਹ ਕਿਸ ਲਈ ਹੁੰਦਾ ਹੈਗਾ? ਕਿ ਉਹ TNG, TNP, TNA ਜਾਂ TNT? ਕਿਉਂਕਿ ਜਿਹੜੇ ਚਾਰੋਂ ਫੋਰਮ ਲਿਖੇ ਨਾ, ਚਾਰੋਂ ਹੀ ਐਕਸਪਲੋਸਿਵ ਨੇ, ਯਾਨੀ ਕਿ ਧਮਾਕਾ ਕਰਦੇ ਨੇ ਜਦੋਂ ਵੀ ਕਰਦੇ ਨੇ। ਇਹਨਾਂ ਵਿੱਚ ਜਿਹੜਾ ਸਭ ਤੋਂ ਆਪਸ਼ਨ ਨੰਬਰ A ਹੈ ਨਾ, ਉਹਦੀ ਫੁੱਲ ਫੋਰਮ ਹੈ ਟਰਾਇਓ ਨਾਈਟਰੋ ਗਲਾਈਸਰੀਨ। ਇਸੇ ਚੀਜ਼ ਨੂੰ ਜੋ ਹੈ ਕਿਹਾ ਜਾਂਦਾ ਹੈਗਾ ਨੋਬਲ ਆਇਲ ਕਿਹਾ ਜਾਂਦਾ ਹੈਗਾ। ਤਾਂ ਆਨਸਰ ਕੀ ਹੋ ਗਿਆ? ਆਪਸ਼ਨ ਨੰਬਰ A। ਬੇਸਿਕਲੀ ਕੀ ਹੈ, ਇੱਕ ਕਲਰਲੈਸ, ਯਾਨੀ ਕਿ ਇਹਦਾ ਕੋਈ ਕਲਰ ਨਹੀਂ ਹੈਗਾ, ਜਿਹਨੂੰ ਕਿ ਡਾਇਨਾਮਾਈਟ ਬਣਾਉਣ ਲਈ ਵੀ ਯੂਜ਼ ਕੀਤਾ ਜਾਂਦਾ ਹੈਗਾ। ਅਤੇ ਇਨਵੈਂਟ ਕੀਤਾ ਗਿਆ ਸੀਗਾ 1846 ਦੇ ਅੰਦਰ। ਅਤੇ ਜਿਹੜੀ ਨੋਬਲ ਆਇਲ ਹੈ ਨਾ ਵੀ, ਆਹ ਨੋਬਲ ਗੈਸ, ਆਹ ਦੋਨੋਂ ਅੱਡ ਅੱਡ ਚੀਜ਼ਾਂ ਨੇ, ਧਿਆਨ ਰੱਖਣਾ ਇਸ ਚੀਜ਼ ਦਾ। ਨੋਬਲ ਗੈਸ ਉਦੋਂ ਹੁੰਦੀ ਹੈ ਕਿ ਜਦੋਂ ਵੀ ਕਿਸੇ ਐਟਮ ਦਾ ਆਊਟਰ ਮੋਸਟ ਸ਼ੈਲ ਕੰਪਲੀਟ ਹੋਵੇ, ਤਾਂ ਉਹ ਕੀ ਹੁੰਦਾ? ਨੋਬਲ ਗੈਸ ਹੁੰਦਾ। ਮਤਲਬ ਕਿ ਉਹ ਰਿਐਕਟਿਵ ਹੀ ਨਹੀਂ ਹੁੰਦੀ ਹੈਗੀ ਚੀਜ਼, ਅਨਰਿਐਕਟਿਵ ਰਹਿੰਦੀ ਹੈ। ਨੈਕਸਟ ਹੈ, ਇਕੋਨਮੀ ਇਜ਼ ਪਰਮਾਨੈਂਟ ਇਕੋਨਮੀ। ਜੋ ਇਕੋਲੋਜੀ ਹੈ ਆਪਣੀ, ਉਹ ਪਰਮਾਨੈਂਟ ਇਕੋਨਮੀ ਹੈ। ਸਲੋਗਨ ਕਿਹਨੇ ਦਿੱਤਾ ਸੀਗਾ, ਕਿਹੜੇ ਮੂਵਮੈਂਟ ਦੇ ਦੌਰਾਨ ਦਿੱਤਾ ਸੀਗਾ? ਤਾਂ ਵੀ ਆਹ ਮੂਵਮੈਂਟ ਦਿੱਤਾ ਸੀਗਾ ਚਿਪਕੋ ਮੂਵਮੈਂਟ ਦੇ ਦੌਰਾਨ। ਅਤੇ ਚਿਪਕੋ ਮੂਵਮੈਂਟ ਦੇ ਆਗੂ ਕਿਹੜੇ ਸੀਗੇ ਬਈ? ਸੁੰਦਰ ਲਾਲ ਬਾਹੂਗੁਣਾ ਜੀ ਸੀਗੇ। ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ ਐਗਜ਼ਾਮ ਦੇ ਵਿੱਚ, ਕਿਉਂਕਿ ਉਸ ਟਾਈਮ ਜਦੋਂ ਉੱਤਰਾਖੰਡ ਜਿਹੜਾ ਹੈਗਾ ਉਹ ਉੱਤਰ ਪ੍ਰਦੇਸ਼ ਦਾ ਹੀ ਪਾਰਟ ਹੋਇਆ ਕਰਦਾ, 1973 ਦੀ ਗੱਲ ਹੈ। ਉਸ ਟਾਈਮ 'ਤੇ ਕੀ ਕੀਤਾ ਸੀਗਾ, ਜਦੋਂ ਪੇੜ ਕੱਟਣ ਆਏ ਸੀਗੇ ਤਾਂ ਲੋਕ ਪੇੜ ਨਾਲ ਆ ਕੇ ਚਿਪਕ ਗਏ ਸੀਗੇ ਕਿ ਪੇੜ ਅਸੀਂ ਨਹੀਂ ਕੱਟਣ ਦੇਣੇ ਹੈਗੇ। ਤਾਂ ਉਸੇ ਟਾਈਮ ਇਸ ਨੂੰ ਜਿਹੜਾ ਹੈ ਚਿਪਕੋ ਅੰਦੋਲਨ ਦਾ ਨਾਂ ਦਿੱਤਾ ਗਿਆ ਸੀਗਾ। ਕੀ ਤੁਹਾਡੇ ਵਿੱਚੋਂ ਕੋਈ ਸਟੂਡੈਂਟ ਮੈਨੂੰ ਆਹ ਦੱਸ ਸਕਦਾ ਹੈਗਾ ਕਿ ਉੱਤਰਾਖੰਡ ਕਦੋਂ ਸਟੇਟ ਬਣਿਆ? ਕਿਉਂਕਿ ਪਹਿਲਾਂ ਉਹ ਉੱਤਰ ਪ੍ਰਦੇਸ਼ ਦਾ ਹੀ ਪਾਰਟ ਸੀਗਾ। ਨੈਕਸਟ ਅਗਲਾ ਕੁਐਸਚਨ ਵੀ ਇਹਦੇ ਉੱਪਰ ਹੀ ਆ ਗਿਆ ਕਿ ਚਿਪਕੋ ਮੂਵਮੈਂਟ ਕਿਹਦੇ ਨਾਲ ਰਿਲੇਟਡ ਸੀਗਾ? ਤਾਂ ਵੀ ਉਹ ਪਲਾਂਟ ਕੰਜ਼ਰਵੇਸ਼ਨ ਨਾਲ ਰਿਲੇਟਡ ਸੀਗਾ।
ਉਹ ਤੋਂ ਬਾਅਦ ਹੈ ਵਿਚ ਉਹਦਾ ਫੋਲੋਇੰਗ ਇਜ਼ ਨਾਟ ਰਿਲੇਟਡ ਟੂ ਏਅਰ ਪੋਲਿਊਸ਼ਨ, ਯਾਨੀ ਕਿ ਹਵਾ ਪ੍ਰਦੂਸ਼ਣ ਨਾਲ ਇਹਨਾਂ ਵਿੱਚੋਂ ਕਿਹੜਾ ਸੰਬੰਧਿਤ ਨਹੀਂ ਹੈ। ਜਿਹੜਾ ਸਮੋਗ ਹੈ ਬਿਲਕੁਲ ਹੈਗਾ ਜੀ। ਐਸਿਡ ਰੇਨ ਮੈਂ ਬਾਰੇ ਮੈਂ ਤੁਹਾਨੂੰ ਆਈ ਥਿੰਕ ਪਾਰਟ ਜਿਹੜਾ ਇਸ ਤੋਂ ਪਹਿਲਾਂ ਸੀਗਾ, ਯਾਨੀ ਕਿ ਇੱਕ ਤੋਂ ਪਿਛਲਾ ਇੱਕ, ਮੰਨ ਲਓ ਅੱਜ ਜਿਵੇਂ ਆਪਾਂ 8ਵਾਂ ਡਿਸਕਸ ਕਰ ਰਹੇ ਹਾਂ ਤਾਂ ਮੈਂ 6ਵੇਂ ਪਾਰਟ ਦੇ ਵਿੱਚ ਐਸਿਡ ਰੇਨ ਬਾਰੇ ਦੱਸਿਆ ਸੀਗਾ, ਠੀਕ ਹੈ। ਤਾਂ ਇਟ ਮੀਨਸ ਆ ਡੈਫੀਨੇਟਲੀ ਜਿਹੜਾ ਏਅਰ ਪੋਲਿਊਸ਼ਨ ਹੈਗਾ, ਮਤਲਬ ਉਹਦੇ ਨਾਲ ਹੀ ਹੁੰਦਾ ਹੈਗਾ। ਜਿਹੜਾ ਅੱਗੇ ਦੇਖਣਾ ਤੁਸੀਂ ਯੂਟਰੀਫਿਕੇਸ਼ਨ, ਆਹ ਕੀ ਹੁੰਦਾ ਹੈਗਾ ਬਈ? ਯੂਟਰੀਫਿਕੇਸ਼ਨ ਬੇਸਿਕਲੀ ਕੀ ਹੈ? ਇੱਕ ਆ ਵਾਟਰ ਪੋਲਿਊਸ਼ਨ ਹੈਗਾ। ਆਹ ਬਣਦਾ ਕਦੋਂ ਹੈ? ਜਿਹੜਾ ਅਸੀਂ ਫਰਟੀਲਾਈਜ਼ਰ ਜਿਹੜੇ ਕਿਸਾਨ ਭਰਾਵਾ ਯੂਜ਼ ਕਰਦੇ ਨੇ ਨਾ ਫਰਟੀਲਾਈਜ਼ਰ, ਉਹਨਾਂ ਦੀ ਜੇ ਐਸਐਸ ਮਾਤਰਾ ਆਪਣੀ ਰੀਵਰ ਜਾਂ ਲੇਕਸ ਦੇ ਵਿੱਚ ਚਲੀ ਜਾਂਦੀ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਆਪਾਂ? ਵਾਟਰ ਪੋਲਿਊਸ਼ਨ ਹੁੰਦਾ ਹੈ, ਜਿਹਨੂੰ ਕਿ ਯੂਟਰੋਫਿਕੇਸ਼ਨ ਦਾ ਨਾਂ ਦਿੱਤਾ ਗਿਆ। ਤਾਂ ਆਨਸਰ ਕੀ ਹੋ ਗਿਆ ਇਹਦਾ? ਆਪਸ਼ਨ ਨੰਬਰ ਸੀ, ਯੂਟਰੋਫਿਕੇਸ਼ਨ। ਉਹ ਤੋਂ ਬਾਅਦ ਹੈ ਕਿ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਬਣੀ ਸੀਗੀ ਤਾਂ ਉਸ ਟਾਈਮ 'ਤੇ ਇੰਡੀਆ ਦਾ ਵਾਇਸਰਾਏ ਕੌਣ ਸੀਗਾ ਜਾਂ ਗਵਰਨਰ ਜਨਰਲ ਕੌਣ ਸੀਗਾ? ਤਾਂ ਉਹ ਸੀਗਾ ਬਈ ਲਾਰਡ ਡਫਰਿਨ। ਹਾਲਾਂਕਿ ਇਹਨੂੰ ਯਾਦ ਕਰਨ ਦਾ ਤਰੀਕਾ ਵੀ ਕਾਫੀ ਜ਼ਿਆਦਾ ਘੈਂਟ ਹੈਗਾ, ਵੀ ਆਪਾਂ ਇਹਨੂੰ ਯਾਦ ਕਰ ਸਕਦੇ ਹਾਂ ਕਿ ਲਾਰਡ ਡਫਰਿਨ, ਯਾਨੀ ਕਿ ਡਫਰ ਸੀਗਾ, ਤਾਂ ਹੀ ਉਹਨੇ INC ਬਣਨ ਦਿੱਤੀ, ਯਾਨੀ ਕਿ ਇੰਡੀਅਨ ਨੈਸ਼ਨਲ ਕਾਂਗਰਸ। ਅਤੇ ਜਿਹੜਾ ਟਨਿਓਰ ਸੀਗਾ 84 ਤੋਂ 88 ਸੀਗਾ। ਅਤੇ ਉਸ ਟਾਈਮ 'ਤੇ ਬੇਸਿਕਲੀ ਹੈਗਾ ਕੀ ਸੀਗੀ? 1857 ਦੀ ਕ੍ਰਾਂਤੀ ਹੋਈ ਸੀਗੀ। ਅੰਗਰੇਜ਼ਾਂ ਨੂੰ ਇਹ ਬਹੁਤ ਵੱਡਾ ਡਰ ਸੀਗਾ ਕਿ ਆਹ ਕ੍ਰਾਂਤੀ ਦੁਬਾਰਾ ਨਾ ਹੋ ਜਾਵੇ, ਤਾਂ ਉਹ ਵੀ ਇੱਕ ਕਾਰਨ ਸੀ NIC ਬਣਨ ਦਾ, ਕਿ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਛੋਟੇ ਮੋਟੇ ਲੋਕ ਨੇ ਇਹਦੇ ਵਿੱਚ ਰਹਿਣਗੇ, ਆਪਣੀ ਗੱਲਾਂ ਕਰਨਗੇ, ਅਤੇ ਜਦੋਂ ਵੀ ਕੋਈ ਡਿਮਾਂਡ ਹੋਊਗੀ ਉਹਨਾਂ ਦੀ ਤਾਂ ਇੱਕ ਕਮੇਟੀ ਦੇ ਥਰੂ, ਇੱਕ ਮਤਲਬ ਕਿ ਇੱਕ ਸੰਗਠਨ ਬਣਾ ਦਿੰਦੇ ਆ ਵੀ ਉਹਦੇ ਥਰੂ ਸਾਡੇ ਨਾਲ ਗੱਲ ਕਰ ਲੈਣਗੇ, ਆ ਵਿਦਰੋਹ ਦੁਬਾਰਾ ਨਾ ਹੋਏਗਾ। ਬਟ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਇੱਕ ਇਹੋ ਜਿਹਾ ਕਮੇਟੀ ਬਣ ਜਾਏਗੀ, ਕਾਂਗਰਸ ਇੱਕ ਐਸਾ ਸੰਗਠਨ ਬਣ ਜਾਊਗਾ ਜਿਹੜਾ ਦੇਸ਼ ਨੂੰ ਆਜ਼ਾਦ ਕਰਾ ਦੂਗਾ ਆਉਣ ਵਾਲੇ ਟਾਈਮ ਦੇ ਵਿੱਚ। ਮਤਲਬ ਇੱਕ ਵਾਰ ਨਾ ਇੱਕ ਕੈਲਕੂਲੇਟਿਵ ਮੂਵ ਸੀਗੀ ਬ੍ਰਿਟਿਸ਼ ਦੁਆਰਾ, ਕਿ ਉਹ ਆਪਣੇ ਉੱਪਰ ਕੰਟਰੋਲ ਰੱਖ ਸਕਣ ਇੰਡੀਅਨਸ ਦੇ ਉੱਪਰ। ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ, ਇਹਨਾਂ ਵਿੱਚੋਂ ਜਿਹੜੇ ਆਪਸ਼ਨ ਦਿੱਤੇ ਗਏ ਨੇ ਇਹਨਾਂ ਵਿੱਚੋਂ ਮਾਰਟਿਨ ਲੂਥਰ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਹੈਗਾ? ਤਾਂ ਇਹ ਕਿਹਾ ਜਾਂਦਾ ਹੈਗਾ ਬਈ ਸਵਾਮੀ ਦਯਾਨੰਦ ਸਰਸਵਤੀ ਜੀ ਨੂੰ। ਤਾਂ ਆਪਸ਼ਨ ਨੰਬਰ A ਦਾ ਸਹੀ ਆਨਸਰ ਹੈਗਾ। ਨੈਕਸਟ ਹੈ, ਹੂ ਇਜ਼ ਓਨਰਡ ਵਿਦ ਸਪੈਸ਼ਲ ਹਿਊਮੈਨਿਟੇਰੀਅਨ ਐਕਸ਼ਨ ਅਵਾਰਡ ਬਾਈ UNDP, ਯਾਨੀ ਕਿ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਦੁਆਰਾ ਕਿਹਨੂੰ ਦਿੱਤਾ ਗਿਆ ਹੈਗਾ ਸਪੈਸ਼ਲ ਹਿਊਮੈਨਿਟੇਰੀਅਨ ਐਕਸ਼ਨ? ਕਿਉਂਕਿ ਤੁਹਾਨੂੰ ਪਤਾ ਹੈ ਵੀ COVID-19 ਦੇ ਦੌਰਾਨ ਜਿਹੜੇ ਐਕਟਰ ਸੀਗੇ ਆਪਣੇ ਸੋਨੂ ਸੂਦ, ਇਹਨਾਂ ਨੇ ਕਾਫੀ ਜ਼ਿਆਦਾ ਫੈਂਟੈਸਟਿਕ ਵਰਕ ਕੀਤਾ ਸੀਗਾ ਕਿ ਕਿਵੇਂ ਮਾਈਗਰੈਂਟ ਨੂੰ ਜਿਹੜਾ ਆਪਣੇ ਘਰੇ ਪਹੁੰਚਾਉਣ ਦਾ ਕੰਮ ਕੀਤਾ ਸੀਗਾ। ਤਾਂ ਉਸ ਟਾਈਮ 'ਤੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਸੀਗੇ ਅਤੇ ਇਹਨਾਂ ਨੂੰ ਹੀ ਇਹ ਅਵਾਰਡ ਦਿੱਤਾ ਗਿਆ ਹੈ। ਤਾਂ ਆਨਸਰ ਹੈ ਇਹਦਾ ਆਪਸ਼ਨ ਨੰਬਰ C, ਸੋਨੂ ਸੂਦ। ਅਤੇ ਕਿਹੜੇ ਸਟੇਟ ਟੂਰਿਜ਼ਮ ਨੇ ਜਿਹੜਾ ਹੈ PATA ਗ੍ਰੈਂਡ ਅਵਾਰਡ ਜਿੱਤਿਆ 2020 ਦੇ ਲਈ? ਆਹ ਜਿਹੜਾ ਜਿੱਤਿਆ ਹੈਗਾ ਬਈ ਕੇਰਲਾ ਦੇ ਦੁਆਰਾ, ਆਪਸ਼ਨ ਨੰਬਰ B। ਕਿਉਂਕਿ ਇਹ ਕਰੰਟ ਅਫੇਅਰ ਦੇ ਕੁਐਸਚਨ ਨੇ, ਇਹਨਾਂ ਨੂੰ ਮੈਂ ਜ਼ਿਆਦਾ ਡਿਸਕਸ ਨਹੀਂ ਕਰ ਸਕਦਾ ਹੈਗਾ। ਬੇਸਿਕਲੀ ਜੇ ਮੈਂ ਇਹਨੂੰ ਡਿਸਕਸ ਕਰਾਂਗਾ ਤਾਂ ਵੀਡੀਓ ਹੋਰ ਜ਼ਿਆਦਾ ਲੰਬੀ ਬਣ ਜਾਏਗੀ ਅਤੇ ਕੋਈ ਤੁਕ ਵੀ ਬਣਦਾ ਨਹੀਂ ਹੈਗਾ। ਅਤੇ ਅੱਜ ਦਾ ਆਪਣਾ ਜਿਹੜਾ ਲਾਸਟ ਕੁਐਸਚਨ ਹੈਗਾ ਉਹ ਹੈਗਾ ਕਿ ਸਰਵੈਂਟਸ ਆਫ ਇੰਡੀਅਨ ਸੋਸਾਇਟੀ, ਇੱਥੇ ਇੰਡੀਅਨ ਆਊਗਾ, N ਕੱਟ ਗਿਆ ਹੈਗਾ। ਇੰਡੀਅਨ ਸੋਸਾਇਟੀ ਵਾਜ਼ ਫਾਊਂਡਡ ਬਾਏ, ਕਿ ਇਹਦੀ ਸਥਾਪਨਾ ਕਿਹਨੇ ਕੀਤੀ ਸੀਗੀ? ਤਾਂ ਇਹਦਾ ਹਿੰਟ ਮੈਂ ਤੁਹਾਨੂੰ ਦਿੰਦਾ ਹੈਗਾ ਵੀ ਉਹਨਾਂ ਨੂੰ ਮਹਾਤਮਾ ਗਾਂਧੀ ਦਾ ਪੋਲੀਟੀਕਲ ਗੁਰੂ ਵੀ ਆਖਿਆ ਜਾਂਦਾ ਸੀਗਾ। ਕੌਣ ਸੀਗੇ? ਗੋਪਾਲ ਕ੍ਰਿਸ਼ਨ ਗੋਖਲੇ ਜੀ। ਤਾਂ ਇਹਦਾ ਆਨਸਰ ਕੀ ਹੋਊਗਾ? ਆਪਸ਼ਨ ਨੰਬਰ B। ਤਾਂ ਆਹ ਸੀਗਾ ਵੀ ਅੱਜ ਦਾ ਆਪਣਾ ਸੈਸ਼ਨ ਜੇ ਵਧੀਆ ਡੈਫੀਨੇਟਲੀ ਲੱਗਿਆ ਹੋਣਾ ਤਾਂ ਤੁਹਾਨੂੰ ਲਾਈਕ ਕਰਿਓ, ਕਿਉਂਕਿ ਮੈਂ ਵੀ ਚਾਹੁੰਦਾ ਕਿ ਤੁਹਾਨੂੰ ਬੜੇ ਹੀ ਆਰਾਮ ਨਾਲ ਸਮਝਾਇਆ ਜਾਵੇ, ਬੜਾ ਹੀ ਡੀਪਲੀ ਸਮਝਾਇਆ ਜਾਵੇ, ਤਾਂ ਕਿ ਤੁਸੀਂ ਜਲਦੀ ਚੀਜ਼ਾਂ ਨੂੰ ਨਾ ਭੁੱਲੋ। ਕਿਉਂਕਿ ਜੇਕਰ ਤੁਸੀਂ ਰੱਟਾ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਭੁੱਲ ਜਾਓਗੇ, ਕੋਈ ਚੀਜ਼ ਸਮਝ ਕੇ ਕਰੋਗੇ ਤਾਂ ਲੰਬੇ ਟਾਈਮ ਤੱਕ ਯਾਦ ਵੀ ਰਹੂਗਾ। ਅਤੇ ਤੁਹਾਨੂੰ ਫਾਇਦਾ ਲੱਗ ਰਿਹਾ ਤਾਂ ਬਈ ਸ਼ੇਅਰ ਵੀ ਕਰੋ। ਅਤੇ ਵੀਡੀਓ ਤੁਹਾਡੇ ਲਈ ਮੈਂ ਲੈ ਕੇ ਆਇਆ ਸੀ, ਮੇਰਾ ਨਾਮ ਸੁਨੀਲ ਜਿੰਦਲ ਹੈਗਾ। ਤਾਂ ਥੈਂਕਸ ਫॉर ਵਾਚਿੰਗ। ਜਲਦੀ ਮਿਲਾਂਗੇ ਨਏ ਵੀਡੀਓ ਦੇ ਨਾਲ, ਤਦ ਤੱਕ ਕੇ ਲਈ ਸਤਿ ਸ਼੍ਰੀ ਅਕਾਲ, ਜੈ ਹਿੰਦ, ਜੈ ਭਾਰਤ।